ਗਲੇ ਦੁਆਲੇ ਉਹਦੀ ਆਪਣੀ ਹੀ ਚੁੰਨੀ ਬੰਨ੍ਹ ਕੇ ਉਹਨੂੰ ਫਾਂਸੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਝਾਤ ਮਾਰੀ ਕਿ ਇਹ ਕੀ ਚੀਜ਼ ਹੈ ਤਾਂ ਦੇਖਿਆ ਉੱਥੇ ਲਹੂ ਦੇ ਫੁਹਾਰੇ ਵਗ ਰਹੇ ਸਨ। ਸੱਚ ਜਾਣਿਓ, ਉਹ ਸਮਾਂ ਸੀ ਜਦੋਂ ਮੈਨੂੰ ਲੱਗਿਆ ਉਹ ਕੁੱਤਿਆਂ ਨੇ ਮੈਨੂੰ ਪਾੜਿਆ ਸੀ। ਆਵਾਜ਼ ਚੁੱਕਣ ਦਾ ਖਮਿਆਜਾ ਇਹ ਹੋਇਆ, ਮੈਨੂੰ ਸਸਪੈਂਡ ਵੀ ਕੀਤਾ ਗਿਆ, ਪ੍ਰਮੋਸ਼ਨ ਵੀ ਖੋਹ ਲਈ ਗਈ, 1.5 ਸਾਲ ਤੱਕ ਤਨਖਾਹ ਵੀ ਰੋਕ ਦਿੱਤੀ ਗਈ। ਸਾਡੇ ਨਾਲ ਹਸਪੀਟਲ ਦੇ ਵਿੱਚ ਹੀ ਕੋਈ ਚਾਹ ਪੀਣ ਨੂੰ ਤਿਆਰ ਨਹੀਂ ਸੀ। ਇਹ ਕਮਲੇ ਨੇ ਪੁਲਿਸ ਨੂੰ ਗੱਲ ਕੀਤੀ, ਉਹਨਾਂ ਵੀ ਨਹੀਂ ਸੁਣੀ। ਪਰ ਮੈਨੂੰ ਲੱਗਿਆ ਮੈਂ ਆਪਣੇ ਘਰ ਵਿੱਚ 5ਵਾਂ ਬੱਚਾ ਤੇ ਚੌਥੀ ਕੁੜੀ ਸਾਂ। ਜਿਨ੍ਹਾਂ ਲਾਡਾਂ ਪਿਆਰਾਂ ਨਾਲ ਮੈਂ ਪਾਲੀ ਗਈ, ਸ਼ਾਇਦ ਕੋਈ ਵਿਰਲਾ ਹੀ ਹੋਏਗਾ, ਕਿਉਂਕਿ ਘਰ ਵਿੱਚ ਕੋਈ ਪੈਸੇ ਪੱਖੋਂ ਸੁਖਾਲਾ ਮਾਹੌਲ ਨਹੀਂ ਸੀ, ਪਰ ਲਿਆਕਤ ਵਜੋਂ ਚੋਟੀ ਛੋ ਰਹੇ ਸੀ। ਇਸ ਮਾਹੌਲ ਵਿੱਚ ਕਿਵੇਂ ਪਤਾ ਲੱਗ ਸਕਦਾ ਸੀ ਕਿ ਕੁੜੀ ਹੋਣਾ ਵੀ ਕਦੇ ਗੁਨਾਹ ਮੰਨਿਆ ਜਾ ਸਕਦਾ ਹੈ। ਇਹੀ ਕਾਰਨ ਸੀ ਕਿ ਮੈਂ ਆਪਣੇ ਵਿਆਹ ਹੋਣ ਤੱਕ ਮੈਨੂੰ ਪਤਾ ਹੀ ਨਹੀਂ ਸੀ ਕਿ ਕਦੇ ਕੁੜੀਆਂ ਦੀ ਬੇਕਦਰੀ ਵੀ ਕਿਸੇ ਥਾਂ ਤੇ ਹੁੰਦੀ ਹੈ। ਮੇਰੇ ਪਤੀ ਤੇ ਮੈਂ, ਅਸੀਂ ਵੱਖੋ ਵੱਖਰੇ ਪਿੰਡਾਂ ਵਿੱਚ ਫ੍ਰੀ ਮੈਡੀਕਲ ਕੈਂਪ ਲਾਉਣ ਜਾਇਆ ਕਰਦੇ ਸਾਂ। ਇੱਕ ਮੈਡੀਕਲ ਕੈਂਪ ਲਾਉਣ ਲੱਗਿਆਂ ਜਦੋਂ ਪਿੰਡ 'ਚੋਂ ਵੜਨ ਲੱਗੇ, ਹੱਡਾ ਰੋੜੀ ਇੱਕ ਥਾਂ ਹੁੰਦੀ ਹੈ ਜਿੱਥੇ ਮਰੇ ਹੋਏ ਜਾਨਵਰ ਸੁੱਟੇ ਹੁੰਦੇ ਨੇ। ਕੈਂਪ ਜਦੋਂ ਲਾਉਣ ਲਈ ਉੱਥੋਂ ਲੰਘ ਰਹੇ ਸਾਂ, ਜ਼ੋਰਦਾਰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਚੀਕਾਂ ਵੀ ਅਜਿਹੀਆਂ ਦਿਲ ਵਲੂੰਧਰ ਦੀਆਂ ਸਨ। ਵੇਖਿਆ ਇੱਕ ਪਾਸੇ ਕੁੱਤੇ ਕੁਝ ਪਾੜ ਰਹੇ ਸਨ। ਨੇੜੇ ਹੋਏ ਜਦੋਂ ਵੇਖਿਆ ਤਾਂ ਸਾਡੇ ਅੱਗੋਂ ਕੁੱਤੇ ਦੌੜ ਕੇ ਪਰਾਂ ਲੰਘੇ, ਪਰ ਉਹਨਾਂ ਦੇ ਜੋ ਮੂੰਹ ਵਿੱਚ ਸੀ, ਅੱਜ ਵੀ ਜਦੋਂ ਗੱਲ ਸਾਂਝੀ ਕਰਦੀ ਹਾਂ ਤਾਂ ਦਿਲ ਅੰਦਰ ਸੱਚਮੁੱਚ ਇੰਜ ਲੱਗਦਾ ਕੁਝ ਪਲਾਂ ਲਈ ਧੜਕਣ ਰੁਕ ਗਈ, ਕਿਉਂਕਿ ਮੇਰੇ ਅੱਗੋਂ ਲੰਘੇ ਸਨ ਕੁੱਤੇ ਜਿਨ੍ਹਾਂ 'ਚੋਂ ਇੱਕ ਦੇ ਮੂੰਹ ਦੇ ਵਿੱਚ ਅੱਧਾ ਹੱਥ ਤੇ ਬਾਂਹ ਦਾ ਰੱਤਾ ਕੁ ਟੋਟਾ ਸੀ। ਦੂਜਾ ਜੋ ਲੰਘਿਆ ਉਹਦੇ ਮੂੰਹ ਵਿੱਚ ਛੋਟਾ ਜਿਹਾ ਪੈਰ ਤੇ ਲੱਤ ਦਾ ਟੋਟਾ ਸੀ। ਜਦੋਂ ਝਾਤ ਮਾਰੀ ਕਿ ਇਹ ਕੀ ਚੀਜ਼ ਹੈ ਤਾਂ ਦੇਖਿਆ ਉੱਥੇ ਲਹੂ ਦੇ ਫੁਹਾਰੇ ਵਗ ਰਹੇ ਸਨ। ਸਾਡੇ ਸਾਹਮਣੇ ਇੱਕ ਬੇਟੀ ਨੇ, ਨਵ ਜੰਮੀ ਬੱਚੀ ਨੇ ਆਖਰੀ ਸਾਹ ਲਿਆ। ਉਹ ਵੀ ਇੰਨਾ ਭਿਆਨਕ ਕਿ ਉਹਦੀਆਂ ਅੰਤੜੀਆਂ ਬਾਹਰ ਸੀ, ਸਿਰ ਦੁਫਾੜ ਸੀ, ਤੇ ਜਿਸ ਤਰੀਕੇ ਦੇ ਟੋਟੇ ਹੋਏ ਸਨ ਮੈਂ ਦੱਸ ਹੀ ਚੁੱਕੀ ਹਾਂ। ਮੇਰਾ ਵਜੂਦ ਹਿੱਲ ਗਿਆ ਸੀ। ਸਮਝ ਨਾ ਆਈ ਕਿ ਇੰਨੀ ਭਿਆਨਕ ਮੌਤ ਕਿਉਂ ਇੱਕ ਬੇਟੀ ਨੂੰ ਮਿਲੀ। ਪਿੰਡ ਦੇ ਅੰਦਰ ਗਏ। ਡਰ ਸੀ ਜਦੋਂ ਇਹੋ ਜਿਹੀ ਗੱਲ ਸਾਂਝੀ ਕਰਾਂਗੇ, ਪਤਾ ਨਹੀਂ ਕਿਵੇਂ ਦਾ ਉਹਨਾਂ ਨੂੰ ਅੱਗੋਂ ਪਤਾ ਲੱਗੇ, ਕਿਸ ਤਰੀਕੇ ਦਾ ਮਾਹੌਲ ਪਿੰਡ ਵਿੱਚ ਹੋਏਗਾ। ਗੱਲ ਕਰਨ ਦੀ ਹਾਲਤ ਵਿੱਚ ਮੈਂ ਨਹੀਂ ਸੀ। ਬਹੁਤ ਔਖਿਆਂ ਗੱਲ ਛੇੜੀ, ਪੁੱਛਿਆ ਤਾਂ ਮੈਨੂੰ ਜਵਾਬ ਬੜਾ ਅਜੀਬ ਜਿਹਾ ਆਇਆ। ਕਹਿਣ ਲੱਗੇ, ਛੱਡੋ ਪਰਾਂ, ਤੁਸੀਂ ਕੈਂਪ ਲਾਓ। ਇਸ ਤਰ੍ਹਾਂ ਦੇ ਬਿਹੇਵੀਅਰ ਦੀ ਮੈਨੂੰ ਤਾਂ ਬਿਲਕੁਲ ਉਮੀਦ ਨਹੀਂ ਸੀ। ਇਸੇ ਲਈ ਜਦੋਂ ਪੁੱਛਿਆ ਕਿ ਨਹੀਂ, ਮੈਨੂੰ ਦੱਸੋ ਤਾਂ ਸਹੀ, ਇਹ ਕਿਸ ਦਾ ਬੱਚਾ ਮੋਇਆ, ਇੰਨੀ ਭਿਆਨਕ ਮੌਤ ਕਿਉਂ ਮਿਲੀ, ਤਾਂ ਮੈਨੂੰ ਦੱਸਿਆ ਗਿਆ ਕਿ ਇਹ ਬੱਚੀ ਆਪਣੇ ਘਰ ਵਿੱਚ ਚੌਥੀ ਕੁੜੀ ਸੀ। ਉਹਦੇ ਪਿਤਾ ਨੇ ਧਮਕੀ ਦਿੱਤੀ ਸੀ ਕਿ ਜੇ ਘਰ ਵਿੱਚ ਹੁਣ ਚੌਥੀ ਕੁੜੀ ਜੰਮ ਪਈ ਤਾਂ ਪਹਿਲੀਆਂ 3 ਕੁੜੀਆਂ ਤੇ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਏਗਾ। ਸੱਚ ਜਾਣਿਓ, ਉਹ ਸਮਾਂ ਸੀ ਜਦੋਂ ਮੈਨੂੰ ਲੱਗਿਆ ਉਹ ਕੁੱਤਿਆਂ ਨੇ ਮੈਨੂੰ ਪਾੜਿਆ ਸੀ, ਕਿਉਂਕਿ ਮੈਨੂੰ ਉਦੋਂ ਤੱਕ ਨਹੀਂ ਸੀ ਪਤਾ ਕਿ ਇਸ ਤਰੀਕੇ ਦਾ ਵੀ ਇਸ ਜ਼ਿੰਦਗੀ ਵਿੱਚ ਸੁਣਨਾ ਸੀ ਕਦੇ, ਜਾਂ ਕੋਈ ਇਸ ਤਰ੍ਹਾਂ ਦੀ ਬੇਦਰਦ ਦੁਨੀਆ ਵੀ ਹੈ ਜਿਹੜੀ ਆਪਣੀ ਕੁੱਖੋਂ ਜੰਮੀ ਨੂੰ ਇਸ ਤਰੀਕੇ ਇੰਨੀ ਬੇਦਰਦੀ ਨਾਲ ਮਰਨ ਲਈ ਸੁੱਟ ਦਿੰਦੀ। ਉਹ ਸਮਾਂ ਮੇਰੇ ਲਈ ਜ਼ਿੰਦਗੀ ਤਬਦੀਲ ਕਰਨ ਵਾਲਾ ਬਣ ਗਿਆ ਕਿ ਮੈਂ ਇਹੋ ਜਿਹੀ ਚੀਜ਼ ਜੇ ਮੈਂ ਦੇਖੀ ਨਹੀਂ, ਇਹਦਾ ਮਤਲਬ ਇਹ ਹੁੰਦੀ ਤਾਂ ਹੈ। ਘਰ ਜਾ ਕੇ ਪੁੱਛਿਆ, ਜਦੋਂ ਪਤਾ ਲੱਗਿਆ ਕਿ ਮੇਰੇ ਜੰਮੇ ਤੇ ਵੀ ਕੋਈ ਬਹੁਤੀਆਂ ਵਧਾਈਆਂ ਨਹੀਂ ਸੀ ਮਿਲੀਆਂ। ਉਹ ਪਹਿਲੀ ਵਾਰ ਸੀ ਜਿਸ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਮੇਰੇ ਮਾਂ ਤੇ ਪਿਓ ਕਿਵੇਂ ਲੜੇ ਹੋਣਗੇ। ਤਾਂ ਉਦੋਂ ਮੇਰੀ ਮਾਂ ਨੇ ਦੱਸਿਆ ਕਿ ਤੇਰਾ ਨਾਮਕਰਨ ਉਸੇ ਮਾਹੌਲ 'ਚੋਂ ਕੀਤਾ ਗਿਆ ਸੀ ਕਿ ਜਦੋਂ ਆਂਢ ਗੁਆਂਢ ਦੇ ਲੋਕ ਅਫਸੋਸ ਕਰਨ ਆਏ ਸਨ ਨਾ ਕਿ ਪੱਥਰ ਜੰਮਿਆ, ਤਾਂ ਤੇਰੇ ਪਿਓ ਨੇ ਕਿਹਾ ਸੀ, ਪੱਥਰ ਨਹੀਂ, ਸਾਡੇ ਘਰ ਤਾਂ ਖੁਸ਼ੀ ਦਾ ਰਾਜਾ ਜੰਮਿਆ। ਤੇਰਾ ਨਾਮ ਹਰਸ਼ ਇੰਦਰ ਰੱਖ ਦਿੱਤਾ ਸੀ ਕਿ ਇਹ ਤਾਂ ਖੁਸ਼ੀ ਦਾ ਦੇਵਤਾ ਹੈ, ਸਾਡੇ ਘਰ ਅਫਸੋਸ ਕਰਨ ਨਾ ਆਓ। ਤਾਂ ਮੈਨੂੰ ਲੱਗਿਆ ਕਿ ਜੇ ਮੇਰੇ ਮਾਂ ਜਾਂ ਪਿਓ ਉਸ ਮਾਹੌਲ 'ਚ ਲੜ ਸਕੇ ਸਨ, ਮੇਰੀ ਜ਼ਿੰਦਗੀ ਦਾ ਮਕਸਦ ਇਹੋ ਹੋਣਾ ਚਾਹੀਦਾ ਕਿ ਇਹ ਖੁਸ਼ੀਆਂ ਕਿਸੇ ਹੋਰ ਨੂੰ ਵੀ ਵੰਡ ਦਿੱਤੀਆਂ ਜਾਣ। ਮੇਰੇ ਪਤੀ ਦਾ ਸਾਥ ਹੋਣ ਕਾਰਨ
ਡਾਕਟਰ ਗੁਰਪਾਲ ਸਿੰਘ, ਜਿਨ੍ਹਾਂ ਨੇ ਮੇਰੇ ਨਾਲ ਨਾ ਦਿਨ ਵੇਖਿਆ ਨਾ ਰਾਤ ਵੇਖੀ। ਅਸੀਂ ਪਿੰਡਾਂ ਦੇ ਵਿੱਚ ਸ਼ੁਰੂ ਹੋਏ ਜਾਣੇ, ਜਿੱਥੇ ਲੋਕਾਂ ਨੂੰ ਸਮਝਾਉਣਾ ਕਿ ਬੇਟੀ ਦਾ ਜੰਮਣਾ ਸਿਰਫ ਤੇ ਸਿਰਫ ਨਿਰਭਰ ਏ ਉਹਦੇ ਪਿਤਾ ਉੱਤੇ। ਰੱਬ ਦਾ ਵਾਸਤਾ ਜੇ ਧੀ ਇਸ ਕਰਕੇ ਨਾ ਮਾਰੋ ਕਿ ਮਾਂ ਦੇ ਕੁੱਖੋਂ ਜੰਮਦੀ ਏ। ਮਾਂ ਦੇ ਸਰੀਰ ਅੰਦਰ ਸਿਰਫ 2 ਐਕਸ ਕ੍ਰੋਮੋਸੋਮ ਨੇ, ਪਿਤਾ ਦੇ ਸਰੀਰ ਅੰਦਰ ਇੱਕ ਐਕਸ ਤੇ ਇੱਕ ਵਾਈ ਕ੍ਰੋਮੋਸੋਮ ਹੈ। ਕੁੜੀ ਜੰਮਣੀ ਹੈ ਜਾਂ ਮੁੰਡਾ, ਇਹ ਤਾਂ ਸਿਰਫ ਤੇ ਸਿਰਫ ਪਿਤਾ ਉੱਤੇ ਨਿਰਭਰ ਹੈ। ਪਰ ਫਿਰ ਵੀ ਕਿਉਂ, ਆਖਰ ਕਿਉਂ ਇਹ ਕੁਦਰਤ ਦੀ ਦਿੱਤੀ ਦਾਤ ਨੂੰ ਇਸ ਤਰੀਕੇ ਖ਼ਤਮ ਕਰਨਾ? ਮੈਨੂੰ ਦਿਸਦਾ ਸੀ ਜੇ ਇੰਨੀ ਵੱਡੀ ਗਿਣਤੀ ਵਿੱਚ ਧੀਆਂ ਮਾਰੀਆਂ ਗਈਆਂ ਤਾਂ ਪੰਜਾਬ ਇਸ ਸਮੇਂ ਜੋ ਹਰਾ ਭਰਾ ਦਿਸਦਾ ਏ, ਇਹਦੀ ਆਉਣ ਵਾਲੀ ਨਸਲ ਖ਼ਤਮ ਹੋ ਜਾਣੀ ਹੈ। ਉਹ ਚਿੰਤਾ ਸੀ ਜਿਹੜੀ ਲੈ ਕੇ ਅਸੀਂ 2 ਜਣੇ ਤੁਰੇ। ਰੋਜ਼ ਡਿਊਟੀ 'ਤੇ ਜਾਣਾ, ਉਸ ਤੋਂ ਬਾਅਦ ਨਿਕਲ ਜਾਣਾ ਪਿੰਡਾਂ ਦੇ ਵੱਲ, ਕਦੇ ਰੇਡੀਓ 'ਚ ਕਦੇ TV ਵਿੱਚ ਟਾਕਸ ਦੇਣੀਆਂ, ਕਦੇ ਅਖਬਾਰਾਂ 'ਚ ਲਿਖਣਾ, ਜਿੱਥੇ ਵੀ ਮੌਕਾ ਮਿਲਣਾ ਸੱਥਾਂ ਵਿੱਚ, ਸਕੂਲਾਂ ਵਿੱਚ, ਹਰ ਥਾਈਂ ਅਸੀਂ ਪਹੁੰਚਣਾ। ਔਕੜਾਂ ਬਹੁਤ ਆਈਆਂ, ਸ਼ਾਇਦ ਉਹ ਸਮਾਂ ਸੁਖਾਲਾ ਨਹੀਂ ਸੀ। ਸਾਡੇ ਨਾਲ ਟੋਟਲ ਬਾਈਕਾਟ ਪ੍ਰੋਫੈਸ਼ਨਲ ਰਾਈਵੈਲਰੀ ਦੇ ਵਿੱਚ ਸ਼ੁਰੂ ਹੋਈ ਕਿ ਸਾਡੇ ਨਾਲ ਹਸਪੀਟਲ ਦੇ ਵਿੱਚ ਹੀ ਕੋਈ ਚਾਹ ਪੀਣ ਨੂੰ ਤਿਆਰ ਨਹੀਂ ਸੀ। ਇਹ ਕਮਲੇ ਨੇ, ਕਿਉਂਕਿ ਇਹਨਾਂ ਨੂੰ ਚੰਗੀ ਭਲੀ ਜ਼ਿੰਦਗੀ ਮਿਲੀ ਹੈ, ਡਾਕਟਰੀ ਕਰ ਚੁੱਕੇ ਨੇ, ਬਹੁਤ ਸੁਖਾਲੀ ਜ਼ਿੰਦਗੀ ਹੈ, ਕਮਾਈ ਕਰਨ, ਐਸ਼ ਕਰਨ। ਇਹ ਧੱਕੇ ਖਾਂਦੇ ਫਿਰਦੇ ਨੇ। ਇਹ ਤਾਂ ਬੋਲ ਚਾਲ ਇਹਨਾਂ ਨਾਲ ਬੰਦ ਹੋ ਜਾਣੀ ਚਾਹੀਦੀ ਹੈ। 1 ਜਾਂ 2 ਸਾਲਾਂ ਦੀ ਗੱਲ ਨਹੀਂ ਕਰ ਰਹੀ, ਇਸ ਗੱਲ ਨੂੰ 29 ਸਾਲ ਹੋ ਚੁੱਕੇ ਨੇ। ਪਰ ਇੱਕ ਵਾਰ ਅਸੀਂ ਵੀ ਡੋਲੇ ਸਾਂ, ਕਿਉਂਕਿ ਪਿੰਡਾਂ ਵਿੱਚ ਜਾਣਾ ਤੇ ਲੋਕਾਂ ਨੇ ਉਦੋਂ ਫਖਰ ਨਾਲ ਕਹਿਣਾ ਅਸੀਂ ਧੀ ਮਾਰਦੇ ਹਾਂ, ਤੁਹਾਨੂੰ ਕੀ ਹੈ। ਬੜੀ ਵਾਰ ਦਿਲ ਟੁੱਟਣਾ ਤੇ ਬੜੀ ਵਾਰ ਅਸੀਂ ਧੱਕੇ ਖਾ ਕੇ ਨਿਕਲਣਾ। ਲੋਕਾਂ ਨੇ ਦਰਵਾਜ਼ੇ ਬੰਦ ਕਰ ਲੈਣੇ, ਆਪਣੀ ਹੀ ਧੀ ਮਾਰੀ ਹੈ, ਤੁਹਾਨੂੰ ਕੀ ਪੀੜ ਹੈ, ਤੁਸੀਂ ਆਪਣੇ ਘਰਾਂ 'ਚ ਜਾਓ। ਮੇਰੇ ਪਿਤਾ ਨੇ ਇੱਕ ਵਾਰ ਜਦੋਂ ਮੈਂ ਥੱਕ ਹਾਰ ਟੁੱਟ ਚੱਲੀ ਸੀ, ਮੈਂ ਕਿਹਾ ਕਿ ਸ਼ਾਇਦ ਮੈਂ ਗਲਤ ਕੀਤਾ ਕਿ ਮੈਂ ਆਪਣੇ ਜ਼ਿੰਦਗੀ ਦੇ 6-7 ਸਾਲ ਕੀਮਤੀ ਸ਼ਾਇਦ ਜ਼ਾਇਆ ਹੀ ਕਰ ਰਹੀ ਹਾਂ ਕਿ ਲੋਕ ਸੁਣਦੇ ਨਹੀਂ। ਤਾਂ ਮੇਰੇ ਪਿਤਾ ਨੇ ਕਿਹਾ, ਬੱਚਿਆ, ਲੋਕ ਤਾਂ ਗੁਰੂ ਨੂੰ ਵੀ ਅਮਰੂ ਨਥਾਣਾ ਕਹਿ ਜਾਂਦੇ ਸਨ, ਤੇਰੀ ਕੀ ਔਕਾਤ ਹੈ, ਤੂੰ ਮਿੱਟੀ ਦਾ ਕਣ ਹੈ, ਜੇ ਜੁਟੀ ਰਹੇਂਗੀ ਨਵਾਂ ਰਾਹ ਚੁਣੇਂਗੀ, ਔਖਿਆਈ ਜ਼ਰੂਰ ਹੈ ਪਰ ਕੁਝ ਹਾਸਲ ਕਰ ਜਾਏਂਗੀ। ਉਹੀ ਸਮਾਂ ਸੀ ਜਦੋਂ ਅਖੀਰ ਫਿਰ ਇੱਕ ਚਿੱਠੀ ਆਈ। ਉਸ ਚਿੱਠੀ ਵਿੱਚ ਲਿਖਿਆ ਸੀ ਇੱਕ NRI ਵੀਰ ਨੇ ਕਿ ਮੈਂ ਆਪਣੀ ਪਤਨੀ ਨੂੰ ਲੈ ਕੇ ਆਇਆ ਸਾਂ ਕੁੱਖ ਵਿੱਚ ਧੀ ਨੂੰ ਮਾਰਨ ਲਈ। ਤੇ ਜਦੋਂ ਮੈਂ ਉੱਥੇ ਹਸਪੀਟਲ 'ਚ ਬੈਠਾ ਸਾਂ ਅਬੋਰਸ਼ਨ ਕਰਵਾਉਣ ਲਈ, ਤਾਂ ਅਖਬਾਰ ਦੇ ਵਿੱਚ ਤੇਰਾ ਲਿਖਿਆ ਇੱਕ ਲੇਖ ਨਜ਼ਰੀ ਪੈ ਗਿਆ। ਤੇ ਉਹ ਲੇਖ ਵਿੱਚ ਸੀ ਕੁੜੀਆਂ ਤਾਂ ਕੁੜੀਆਂ ਨੇ। ਉਹ ਲੇਖ ਪੜ੍ਹ ਕੇ ਮੈਂ ਇੰਨਾ ਰੋਇਆ ਕਿ ਮੈਂ ਡਾਕਟਰ ਨੂੰ ਕਿਹਾ ਮੈਂ ਅਬੋਰਸ਼ਨ ਕਰਵਾਉਣੀ ਨਹੀਂ। ਉਹ ਧੀ ਫਿਰ ਜੰਮੀ ਹੈ ਤੁਹਾਡੇ ਸਦਕਾ, ਤੇ ਅਸੀਂ ਉਸ ਧੀ ਨੂੰ ਤੁਹਾਡਾ ਨਾਮ ਦੇ ਦਿੱਤਾ ਕਿਉਂਕਿ ਤੁਹਾਡੇ ਸਦਕਾ ਇਹ ਜੰਮ ਸਕੀ। ਤੇ ਕੈਨੇਡਾ ਕਦੇ ਆਇਓ ਸਾਡੇ ਘਰ, ਤੁਹਾਡਾ ਉਹ ਲੇਖ ਐਨਲਾਰਜ ਕਰਕੇ ਅਸੀਂ ਆਪਣੇ ਘਰ ਵਿੱਚ ਟੰਗਿਆ ਹੋਇਆ। ਮੈਨੂੰ ਲੱਗਦਾ ਦੁਨੀਆ ਦੇ ਕਿਸੇ ਵੱਡੇ ਤੋਂ ਵੱਡੇ ਮਾਨ ਸਨਮਾਨ ਤੋਂ ਉੱਚਾ ਇਹ ਹੋ ਹੀ ਨਹੀਂ ਸਕਦਾ ਜਦੋਂ ਇਹ ਮਹਿਸੂਸ ਹੋ ਜਾਏ ਕਿ ਇੱਕ ਧੀ ਜੋ ਕੁੱਖ ਵਿੱਚ ਮਰ ਚੱਲੀ ਸੀ, ਜੇ ਮੇਰੇ ਐਡੇ ਕੁ ਹੋਕਾ ਦੇਣ ਨਾਲ ਉਹ ਜੰਮ ਸਕੀ, ਇਸ ਧਰਤੀ 'ਤੇ ਆ ਸਕੀ, ਤਾਂ ਮੈਂ ਇਹ ਕੁਝ ਲੋਕਾਂ ਵੱਲੋਂ ਆਪਣੇ ਆਪ ਨੂੰ ਇਸ ਤਰੀਕੇ ਦੀ ਝੱਲੀ ਅਖਵਾਉਣਾ ਮਨਜ਼ੂਰ ਹੈ। ਉਹ ਸਫ਼ਰ ਸੀ ਜਿਹੜਾ ਹੌਲੀ ਹੌਲੀ ਅਗਾਂਹ ਤੁਰਿਆ, ਜਿਹਦੇ ਵਿੱਚ ਅਸੀਂ ਇਸੇ ਤਰ੍ਹਾਂ ਲੱਗੇ ਰਹੇ ਪਿੰਡਾਂ ਦੇ ਵਿੱਚ ਲਾਲ ਧਾਗੇ ਲਿਜਾਣੇ, ਹਰੇ ਧਾਗੇ ਲਿਜਾਣੇ। ਤਾਂ ਫਿਰ ਇੱਕ ਜਿਵੇਂ ਕੁਛ ਕਹਿ ਲਓ ਕਿ ਰੱਬ ਹੀ ਸਾਥ ਦੇ ਦਿੰਦਾ ਜਦੋਂ ਤੁਸੀਂ ਸਹੀ ਮਾਇਨਿਆਂ ਵਿੱਚ ਤੁਰੋ। ਤਾਂ ਨੀਦਰਲੈਂਡ ਤੋਂ ਪਹੁੰਚੇ ਸਨ ਕੁਝ ਉੱਥੋਂ TV ਦੇ ਰਿਪੋਰਟਰਸ, ਜਿਹੜੇ ਆ ਕੇ ਉਹਨਾਂ ਦੇਖਿਆ ਕਿ ਪਿੰਡਾਂ ਵਿੱਚ ਇੱਕ ਥਾਂ ਕੰਮ ਚੱਲ ਰਿਹਾ। ਰਿਕਾਰਡਿੰਗ ਕੀਤੀ ਉਹਨਾਂ ਨੇ, ਵੇਖਿਆ, ਤੇ ਉਹਨਾਂ ਨੇ ਪ੍ਰੋਡਿਊਸ ਕੀਤੀ ਫਿਲਮ ਅ ਲੇਡੀ ਵਿਦ ਦੀ ਥ੍ਰੈਡਸ ਕਿ ਇਸ ਤਰੀਕੇ ਲੱਗੀਏ ਪਿੰਡਾਂ ਵਿੱਚ। ਤੇ ਉਹ ਪਿੰਡ ਪਟਿਆਲੇ ਦੇ ਨੇੜੇ ਹੀ ਸੀ, ਜਿੱਥੇ 5 ਸਾਲ ਮੈਂ ਤੇ ਮੇਰੇ ਪਤੀ ਲਗਾਤਾਰ ਜਾਂਦੇ ਰਹੇ। ਸ਼ਾਇਦ ਹੀ ਕੋਈ ਦਿਨ ਖੁੰਝਾਇਆ ਹੋਣਾ। ਤੇ ਉਦੋਂ ਜਦੋਂ ਸ਼ੁਰੂ ਕੀਤਾ ਸੀ 83 ਕੁੜੀਆਂ ਸੀ 100 ਦੇ ਪਿੱਛੇ, ਪਰ ਜਦੋਂ ਲਗਾਤਾਰ ਜੁਟੇ ਰਹੇ 103 ਕੁੜੀਆਂ ਸੀ 5 ਸਾਲ ਬਾਅਦ 100 ਦੇ ਪਿੱਛੇ। ਉਹ ਸ਼ਾਬਾਸ਼ੀ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਵੀ ਮਿਲੀ, ਦੁਨੀਆ ਦੇ ਵੱਖੋ ਵੱਖਰੇ ਮੁਲਕਾਂ ਵਿੱਚ ਵੀ ਸਾਨੂੰ ਬਹੁਤ ਸਨਮਾਨ ਮਿਲੇ।
ਲਾਈਫ ਟਾਈਮ ਅਚੀਵਮੈਂਟ ਅਵਾਰਡ ਵੱਖੋ ਵੱਖਰੇ ਮੁਲਕਾਂ ਦੀਆਂ ਪਾਰਲੀਮੈਂਟਾਂ ਵਿੱਚ ਵੀ ਮਿਲੀਆਂ। ਪਰ ਉਹਨਾਂ ਦੇ ਨਾਲ ਇੱਕ ਹੋਰ ਸਨਮਾਨ ਦੀ ਗੱਲ ਕਰਨਾ ਚਾਹੁੰਦੀ ਹਾਂ। ਗੱਲ ਸੀ ਸਿਰਫ ਕੁੜੀਆਂ ਜੰਮਣ ਦਾ ਨਹੀਂ, ਜੰਮਣ ਤੋਂ ਬਾਅਦ ਜੋ ਉਹਨਾਂ 'ਤੇ ਅਤਿਆਚਾਰ ਹੁੰਦੇ ਨੇ ਉਹ ਵੀ ਨਜ਼ਰੀਂ ਪਏ। ਜਦੋਂ ਇੱਕ ਬਜ਼ੁਰਗ ਪਿਓ ਨੇ ਕਿਹਾ, ਕਦੇ ਉੱਥੇ ਵੀ ਝਾਤ ਮਾਰੀ, ਜੰਮਣ ਦਾ ਹੋਕਾ ਤਾਂ ਦਿੰਨੀ ਏ, ਪਰ ਜੰਮਣ ਤੋਂ ਬਾਅਦ ਜੋ ਉਹਨਾਂ ਨਾਲ ਹੁੰਦਾ ਕਦੇ ਵੇਖਿਆ? ਕਿਸ ਤਰੀਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ, ਕਿਸ ਤਰੀਕੇ ਦਾਜ ਖਾਤਰ ਸਾੜੀਆਂ ਜਾਂਦੀਆਂ ਨੇ, ਕਿਵੇਂ ਉਹ ਰੋਂਦੀਆਂ ਪਿੱਟਦੀਆਂ ਜਦੋਂ ਪਹੁੰਚਦੀਆਂ ਨੇ ਵਾਪਸ ਕਿ ਕੁੱਖੋਂ ਕੁੜੀ ਜੰਮੀ ਏ, ਹਾਲ ਵੇਖੀ। ਮੈਂ ਆਪਣੇ ਅੱਖੀਂ ਵੇਖਿਆ ਉਹ ਹਾਲ ਵੀ। ਜਦੋਂ ਇੱਕ ਔਰਤ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸਿਰਫ ਇਸ ਕਾਰਨ ਕਿ ਉਹਨੇ ਧੀ ਜੰਮੀ ਸੀ, ਮੈਂ ਉਹਨੂੰ ਵੇਖਿਆ ਇੱਕ ਗੁਰਦੁਆਰੇ ਦੇ ਬਾਹਰ ਬੈਠੀ ਨੂੰ, ਜਿਹਦੇ ਪਿੱਠ ਦੇ ਪਿੱਛੇ ਪ੍ਰੈਸ ਲੱਗੇ ਦਾ ਨਿਸ਼ਾਨ ਸੀ। ਗਲੇ ਦੁਆਲੇ ਉਹਦੀ ਆਪਣੀ ਹੀ ਚੁੰਨੀ ਬੰਨ੍ਹ ਕੇ ਉਹਨੂੰ ਫਾਂਸੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੇਰੇ ਤੋਂ ਜਰਿਆ ਨਹੀਂ ਸੀ ਗਿਆ, ਕਿਉਂਕਿ ਉਹ ਔਰਤ ਘਰੋਂ ਭੱਜੀ ਸੀ, ਆਪਣੇ ਕੁੱਖ ਤੋਂ ਜਿਹੜੀ ਜੰਮੀ ਸੀ ਧੀ ਗੋਦ 'ਚ ਲਈ ਬੈਠੀ ਸੀ। ਕਿਸੇ ਨੇ ਕੋਈ ਉਹਦੀ ਸੁਣਵਾਈ ਨਹੀਂ ਕੀਤੀ। ਮੈਂ ਉਹਨੂੰ ਘਰ ਲਿਆਈ ਅਤੇ ਮੈਂ ਜਦੋਂ ਗੱਲ ਕੀਤੀ, ਆਂਢ ਗੁਆਂਢ 'ਚ ਕੋਈ ਨਾਲ ਨਾ ਤੁਰਿਆ, ਸਗੋਂ ਮੈਨੂੰ ਲੋਕਾਂ ਵੱਲੋਂ ਤਾਨੇ ਹੀ ਸੁਣਨੇ ਪਏ ਕਿ ਕਿਸੇ ਦੀ ਵੀ ਇਸੇ ਤਰ੍ਹਾਂ ਧੀ ਨੂੰ ਚੁੱਕ ਲਿਆਉਣੀ ਹੈ। ਪੁਲਿਸ ਨੂੰ ਗੱਲ ਕੀਤੀ, ਉਹਨਾਂ ਵੀ ਨਹੀਂ ਸੁਣੀ। ਪਰ ਮੈਨੂੰ ਲੱਗਿਆ ਕਿ ਜੇ ਮੈਨੂੰ ਇਸ ਤਰ੍ਹਾਂ ਧੱਕਾ ਮਾਰਿਆ ਹੁੰਦਾ ਕੋਈ ਅਗਾਂਹ ਨਾ ਬੌੜਦਾ, ਤਾਂ ਮੈਨੂੰ ਜ਼ਰੂਰ ਬੌੜਨਾ ਚਾਹੀਦਾ। ਉਹਨੂੰ ਅਸੀਂ ਰੱਖਿਆ ਕੋਲ, ਵਾਪਸ ਉਹਦੇ ਪੇਕੇ ਵੀ ਪਹੁੰਚਾਇਆ। ਪਰ ਪਤਾ ਜੇ ਉਹਦਾ ਇਨਾਮ ਕੀ ਮਿਲਿਆ? ਲੋਕਾਂ ਵੱਲੋਂ ਬਹੁਤ ਦੁਰਕਾਰੇ ਗਏ ਸਾਂ, ਪਰ ਉਸ ਇੱਕ ਇੰਸੀਡੈਂਸ ਨੇ ਮੇਰੀ ਜ਼ਿੰਦਗੀ ਨੂੰ ਕੁਝ ਹੋਰ ਮਕਸਦ ਵੀ ਦਿੱਤਾ। ਆਪਣੇ ਲਈ ਦੁਨੀਆ ਜਿਉਂਦੀ ਹੈ, ਕਦੇ ਕਿਸੇ ਹੋਰ ਲਈ ਜਿਉ ਕੇ ਤਾਂ ਦੇਖੀਏ। ਸੋ ਉਸ ਇੰਸਟੈਂਸ ਤੋਂ ਬਾਅਦ ਮੈਨੂੰ ਜੋ ਇਨਾਮ ਇੱਕ ਮੈਨੂੰ ਲੱਗਿਆ ਕਿ ਜ਼ਿੰਦਗੀ ਦਾ ਬਿਹਤਰੀਨ ਉਹ ਇਨਾਮ ਸੀ, ਉਹ ਇਹ ਸੀ ਕਿ ਤੁਸੀਂ ਅੰਦਾਜ਼ਾ ਲਾ ਲਓ, ਮੈਂ ਪਟਿਆਲੇ ਰਹਿੰਦੀ ਹਾਂ ਅਤੇ ਕਿੱਥੇ ਫਿਰੋਜ਼ਪੁਰ ਤੋਂ ਇੱਕ, ਕਿਉਂਕਿ ਇਹ TV ਦੇ ਸ਼ੋਅ 'ਚ ਮੈਂ ਕਹਿ ਚੁੱਕੀ ਸਾਂ ਕਿ ਮੇਰੇ ਕੋਲ ਸਮਾਂ ਆਪਣੇ ਲਈ ਨਹੀਂ, ਮੈਂ ਆਪਣੇ ਬੱਚਿਆਂ ਨੂੰ ਕਦੇ ਸਾਗ ਘੋਟ ਕੇ ਨਹੀਂ ਖਵਾ ਸਕੀ ਜੋ ਮੇਰੀ ਮਾਂ ਖਵਾਉਂਦੀ ਸੀ, ਸਮਾਂ ਹੀ ਨਹੀਂ ਹੁੰਦਾ। ਮੈਂ ਤਾਂ ਇੰਟਰਵਿਊ ਕਰਕੇ ਬਾਹਰ ਆ ਗਈ ਸਾਂ, ਅੰਦਾਜ਼ਾ ਵੀ ਨਹੀਂ ਸੀ ਕਿ ਕਿਸ ਤਰੀਕੇ ਦਾ ਪਿਆਰ ਅੱਗੇ ਉਡੀਕਦਾ ਜੇ। ਫਿਰੋਜ਼ਪੁਰ ਤੋਂ ਇੱਕ ਬਜ਼ੁਰਗ ਸਵੇਰੇ ਹੀ ਪਹੁੰਚੇ ਅਤੇ ਆ ਕੇ ਬੈਲ ਮਾਰੀ। ਜਦੋਂ ਮੈਂ ਪੁੱਛਿਆ ਕਿਵੇਂ ਹੋ, ਕਹਿਣ ਲੱਗੇ ਕਿ ਮੈਂ ਇੱਕ ਧੀ ਦੀ ਜੋ ਮੁਰਾਦ ਸੀ ਪੂਰੀ ਕਰਨ ਆਇਆ, ਆਪਣੇ ਹੱਥ ਦਾ ਘੋਟਿਆ ਸਾਗ ਲਿਆਇਆ, ਤਾਜ਼ੀਆਂ ਤੇਰੀ ਮਾਂ ਨੇ ਮੱਕੀ ਦੀਆਂ ਰੋਟੀਆਂ ਅਤੇ ਆਹ ਮੱਖਣ ਦਾ ਕੌਲਾ। ਸੱਚ ਜਾਣਿਓ, ਉਹ ਦਿਨ ਸੀ ਜਦੋਂ ਮੈਂ ਰੱਜ ਕੇ ਰੋਈ ਸੀ। ਅਸਲ 'ਚ ਪਿਆਰ ਨਹੀਂ ਜੇ ਸੰਭਾਲਿਆ ਜਾਂਦਾ, ਕਿਸੇ ਦਾ ਗੁੱਸਾ, ਕਿਸੇ ਵੱਲੋਂ ਧੱਕੇ ਮਿਲਣੇ ਸਭ ਜਰੇ ਜਾਂਦੇ ਨੇ, ਪਰ ਇਹ ਮੁਹੱਬਤ, ਇਹਦਾ ਕਰਜ਼ਾ ਮੋੜਨਾ ਬਹੁਤ ਔਖਾ ਜੇ। ਪਰ ਇੰਨੀ ਜ਼ਿੰਦਗੀ ਸੌਖੀ ਅੱਗੇ ਵੀ ਨਹੀਂ ਸੀ, ਕਿਉਂਕਿ ਮੈਂ ਵਿਸ਼ਾ ਚੁੱਕਿਆ ਸੀ ਜੋ ਅਲੱਗ-ਅਲੱਗ ਥਾਵਾਂ 'ਤੇ ਕੰਮ ਕਰਦੀਆਂ ਔਰਤਾਂ ਨੇ, ਉਹਨਾਂ ਨਾਲ ਜੋ ਸ਼ੋਸ਼ਣ ਹੁੰਦਾ ਉਹਦੇ ਵਿਰੁੱਧ ਆਵਾਜ਼ ਚੁੱਕਣੀ ਸੀ। ਜਦੋਂ ਮੈਂ ਵੇਖਿਆ ਕਿ ਕੰਮਕਾਰ ਵਾਲੀਆਂ ਥਾਵਾਂ 'ਤੇ ਵੀ ਔਰਤਾਂ ਨਾਲ ਬਹੁਤ ਸ਼ੋਸ਼ਣ ਹੋ ਰਿਹਾ, ਮੇਰੇ ਆਪਣੇ ਹੌਸਪੀਟਲ ਵਿੱਚ ਵੀ ਜਦੋਂ ਨਜ਼ਰ ਮਾਰੀ ਤਾਂ ਦਿਖਿਆ ਕਿ ਕੁਝ ਨੌਜਵਾਨ ਬੇਟੀਆਂ ਜੋ ਪੜ੍ਹਨ ਆਉਂਦੀਆਂ ਸਨ, ਉਹਨਾਂ ਨਾਲ ਵੀ ਬਹੁਤ ਧੱਕਾ ਹੋ ਰਿਹਾ ਸੀ। ਪਤਾ ਨਹੀਂ ਸੀ ਇਹ ਆਵਾਜ਼ ਚੁੱਕਣੀ ਕਿੰਨੀ ਕੁ ਮਹਿੰਗੀ ਪੈਣ ਵਾਲੀ ਹੈ, ਕਿਉਂਕਿ ਇਸ ਚੀਜ਼ਾਂ ਬਾਰੇ ਮੈਂ ਸੋਚਣਾ ਹੀ ਛੱਡ ਦਿੱਤਾ ਸੀ। ਆਵਾਜ਼ ਚੁੱਕਣ ਦਾ ਖਮਿਆਜਾ ਇਹ ਹੋਇਆ, ਮੈਨੂੰ ਸਸਪੈਂਡ ਵੀ ਕੀਤਾ ਗਿਆ, ਪ੍ਰਮੋਸ਼ਨ ਵੀ ਖੋਹ ਲਈ ਗਈ, 1.5 ਸਾਲ ਤੱਕ ਤਨਖਾਹ ਵੀ ਰੋਕ ਦਿੱਤੀ ਗਈ। ਉਸ ਮੌਕੇ ਮੇਰੇ ਪਤੀ ਨੂੰ ਕੈਂਸਰ ਹੋ ਗਿਆ ਸੀ। ਮੈਂ ਸਿਜਦਾ ਕਰਦੀ ਹਾਂ ਉਸ ਇਨਸਾਨ 'ਤੇ ਜਿਹਨੇ ਕੈਂਸਰ ਨਾਲ ਲੜਦਿਆਂ ਮੇਰੇ ਨਾਲ ਮੋਢਾ ਜੋੜ ਕੇ ਉਦੋਂ ਵੀ ਖੜ੍ਹੇ ਰਹੇ। ਰੋਜ਼ ਅਸੀਂ ਰੇਡੀਓਥੈਰੇਪੀ ਕਰਾਉਣ ਜਾਣਾ ਅਤੇ ਮੇਰੀ ਰੋਜ਼ ਜਾਣ ਬੁੱਝ ਕੇ ਇਨਕੁਆਇਰੀ ਦੇ ਡੇਟਸ ਰੱਖੀਆਂ ਜਾਣੀਆਂ। ਉਸ ਔਖਾ ਸਮਾਂ ਜ਼ਰੂਰ ਸੀ, ਪਰ ਗੱਲ ਉਹੀ ਸੀ, ਇੱਕ ਮਨ ਵਿੱਚ ਦ੍ਰਿੜ ਇਰਾਦਾ ਕਿ ਮੈਂ ਕੰਮ ਇੱਕ ਸਹੀ ਕਰ ਰਹੀ ਹਾਂ, ਰਾਹ ਇੱਕ ਵੱਖ ਚੁਣਿਆ। ਔਕੜਾਂ ਆਉਣੀਆਂ ਨੇ ਅਤੇ ਉਕਾਬ ਹਮੇਸ਼ਾ ਹਵਾਵਾਂ ਤੇਜ਼ ਵੇਖ ਕੇ ਹੋਰ ਉੱਚਾ ਉੱਡਣ ਦੀ ਕੋਸ਼ਿਸ਼ ਕਰਦਾ। ਉਹ ਜੰਗ ਸੀ ਜਿਹਨੂੰ ਜਿੱਤਣ ਦਾ ਅਸੀਂ ਫੈਸਲਾ ਕੀਤਾ ਕਿ ਸਭ ਕੁਛ ਲੜਾਂਗੇ। ਇਸੇ ਤਰ੍ਹਾਂ ਹੀ ਪੂਰੀ ਹਿੰਮਤ ਨਾਲ, ਪੂਰੀ ਦਲੇਰੀ ਨਾਲ ਮੇਰੇ ਪਤੀ ਨੇ ਇਕੱਲਿਆਂ ਰੇਡੀਓਥੈਰੇਪੀ ਵੀ ਕਰਾਉਣ ਜਾਣੀ, ਮੇਰੇ ਨਾਲ ਵੀ ਪਹੁੰਚਣਾ।
ਅਦਾਲਤਾਂ ਦੇ ਵੀ ਚਿਹਰੇ ਖਾਏ, ਪਰ ਸਭ ਪਾਸਿਓਂ ਅਸੀਂ ਅਖੀਰ ਜਿੱਤ ਹਾਸਲ ਕੀਤੀ। ਅਦਾਲਤਾਂ ਨੇ ਮੇਰੇ ਹੱਕ ਵਿੱਚ ਫੈਸਲੇ ਦਿੱਤੇ। ਅਸੀਂ ਉਹ ਬੇਟੀਆਂ ਲਈ ਜੋ ਲੜਾਈ ਜਿੱਤੀ ਸੀ ਉਹ ਵੀ ਕੋਰਟਾਂ ਵਿੱਚੋਂ ਸਾਡੇ ਹੱਕ ਵਿੱਚ ਹੋਈ। ਉਹਨਾਂ ਬੇਟੀਆਂ ਨੂੰ ਨਿਆਂ ਮਿਲਿਆ, ਪਰ ਇੱਕ ਰਾਹ ਵੱਖ ਦਿਖਾਇਆ ਕਿ ਔਕੜਾਂ ਜ਼ਿੰਦਗੀ ਵਿੱਚ ਜ਼ਰੂਰ ਆਉਂਦੀਆਂ ਨੇ, ਅਤੇ ਫਿਰ ਲੋਕ ਕਿਵੇਂ ਨਾਲ ਜੁੜਦੇ ਨੇ ਜਦੋਂ ਉਹਨਾਂ ਨੂੰ ਦਿਸਦਾ ਕਿ ਇਹਨਾਂ ਨੂੰ ਲੋੜ ਏ। ਤਨਖਾਹਾਂ ਕਿਉਂਕਿ ਰੋਕੀਆਂ ਗਈਆਂ ਸੀ ਸਾਡੀਆਂ ਦੋਨਾਂ ਦੀਆਂ। NRI ਵੀਰ ਸਨ ਜਿਨ੍ਹਾਂ ਨੇ ਝੋਲੀ ਭਰ ਕੇ ਸਾਡੇ ਲਈ ਰੱਖ ਦਿੱਤੇ ਕਿ ਇਹ ਇਲਾਜ ਵਿੱਚ ਕਮੀ ਨਹੀਂ ਹੋਣੀ ਚਾਹੀਦੀ, ਤੁਸੀਂ ਡਟੇ ਰਹੋ, ਅਸੀਂ ਤੁਹਾਡੇ ਨਾਲ ਹਾਂ। ਉਹੀ ਸੀ ਅਖੀਰਲਾ ਮੌਕਾ ਜਦੋਂ ਸਟੀਲ ਵੂਮਨ ਆਫ ਇੰਡੀਆ ਦਾ ਅਵਾਰਡ ਮਿਲਿਆ, ਅਤੇ ਜਿਸ ਤਰੀਕੇ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਜਾਂ ਵਾਈਸ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਸਾਨੂੰ ਹੁਲਾਰਾ ਮਿਲਿਆ, ਅਤੇ ਪਰਮਾਤਮਾ ਦੀ ਮਿਹਰ ਨਾਲ ਅੱਜ ਅਸੀਂ ਇੱਕ ਟਰਸਟ ਬਣਾ ਕੇ ਡਾਕਟਰ ਹਰਸ਼ ਚੈਰੀਟੇਬਲ ਟਰਸਟ ਰਾਹੀਂ 421 ਬੇਟੀਆਂ ਜਿਨ੍ਹਾਂ ਦੇ ਪਿਤਾ ਕਿਸਾਨ ਕੋਈ ਖੁਦਕੁਸ਼ੀ ਕਰ ਗਏ, ਕੋਈ ਬਿਮਾਰੀ ਨਾਲ ਇਸ ਵੇਲੇ ਦੁਨੀਆ 'ਚ ਨਹੀਂ ਰਹੇ, ਕੋਈ ਐਕਸੀਡੈਂਟ 'ਚ ਚਲੇ ਗਏ, ਉਹਨਾਂ 421 ਬੇਟੀਆਂ ਦੀ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਹੇ ਹਾਂ। ਇਹ ਵੀ ਪਰਮਾਤਮਾ ਦੇ ਹੱਥ ਅਜਿਹਾ ਦਿੱਤਾ ਕਿ ਮੰਗਣ ਦੀ ਥਾਂ 'ਤੇ ਦੇਣ ਜੋਗੇ ਬਣਾ ਦਿੱਤਾ। ਪਰ ਮੇਰਾ ਤਾਂ ਇੱਕੋ ਹੀ ਸੁਨੇਹਾ ਹੈ ਕਿ ਜਦੋਂ ਵੀ ਕਦੇ ਔਕੜਾਂ ਆਉਣ, ਔਕੜਾਂ ਦਿਸਣ, ਪਰਮਾਤਮਾ ਨੇ ਇੱਕ ਰਾਹ ਖੋਲ੍ਹਣਾ ਹੁੰਦਾ ਜੇ, ਰੁਕਿਓ ਨਾ ਕਦੇ, ਟੱਪ ਜਾਇਓ ਉਹਨਾਂ ਮੁਸ਼ਕਿਲਾਂ ਤੋਂ ਅੱਗੇ ਅਸਮਾਨ ਜੇ, ਜਿੰਨੀ ਮਰਜ਼ੀ ਉੱਚੀ ਉਡਾਰੀ ਮਾਰ ਲਓ, ਪਰ ਇਹ ਸਫ਼ਰ ਕਦੇ ਵੀ ਸੁਖਾਲਾ ਨਹੀਂ ਹੁੰਦਾ। ਅਤੇ ਫਿਰ ਅਖੀਰ ਵਿੱਚ ਤੁਹਾਨੂੰ ਜ਼ਿੰਦਗੀ ਹੱਥ ਪੂਰੇ ਖੋਲ੍ਹ ਕੇ ਖੜੀ ਹੁੰਦੀ ਹੈ। ਆਓ ਗੱਲ ਦੇ ਨਾਲ ਲਾ ਲਵਾਂ। ਬਹੁਤ ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।